ਰੇਡੀਓ ਮਿਰਚੀ 1310 AM ਤੇ ਰੇਡੀਓ ਪੰਜਾਬ ਤੇ ਸਾਰੇ ਸਰੋਤਿਆਂ ਦਾ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਅੱਜ ਦਰਸ਼ਕ ਕਿਉਂ ਕਿਹਾ। ਜੀ ਬਿਲਕੁਲ, ਤੁਸੀਂ ਇਸ ਇੰਟਰਵਿਊ ਨੂੰ ਦੇਖ ਵੀ ਸਕੋਗੇ ਫਲੀਟਲਾਈਨ ਇੰਸ਼ੋਰੈਂਸ ਸਰਵਿਸਿਜ਼ ਦੇ YouTube ਚੈਨਲ ਤੇ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਇਸ ਮੁਲਾਕਾਤ ਦੇ ਵਿੱਚ। ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਅਸੀਂ ਮੁਲਾਕਾਤ ਕਰਦੇ ਹਾਂ ਸਾਡੇ ਖਾਸ ਮਹਿਮਾਨ ਕੈਵਿਨ ਸੰਧੂ ਜੀ ਦੇ ਨਾਲ, ਤਾਂ ਉਹ ਸਾਨੂੰ ਜਾਣਕਾਰੀ ਦਿੰਦੇ ਨੇ ਬਹੁਤ ਸਾਰੀਆਂ ਇੰਸ਼ੋਰੈਂਸ ਸਰਵਿਸਿਜ਼ ਦੇ ਬਾਰੇ ਤੇ ਇਸ ਦੇ ਨਾਲ ਜੁੜੇ ਹੋਏ ਸਵਾਲਾਂ ਦੇ ਬਾਰੇ। ਸੋ ਸਾਡੇ ਖਾਸ ਮਹਿਮਾਨ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਸਵਾਗਤ ਕਰਦੇ ਹਾਂ ਜੀ ਉਹਨਾਂ ਦਾ। ਕੈਵਿਨ ਸੰਧੂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਆਪਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਸ਼ੋਰੈਂਸ ਬਾਰੇ, ਟਰੱਕ ਇੰਸ਼ੋਰੈਂਸ ਬਾਰੇ ਸਪੈਸੀਫਿਕਲੀ ਗੱਲਬਾਤ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਫਲੀਟਲਾਈਨ ਇੰਸ਼ੋਰੈਂਸ ਸਰਵਿਸਿਜ਼ ਦੇ ਬਾਰੇ, ਜੋ ਕਿ ਤੁਹਾਡੀ ਕੰਪਨੀ ਹੈ, ਇਸ ਦੇ ਬਾਰੇ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਜ਼ਰੂਰ ਥੋੜ੍ਹਾ ਜਿਹਾ ਸ਼ਾਰਟ ਦੇ ਵਿੱਚ ਦੱਸ ਦਿਓ। ਹਾਂਜੀ ਸ਼ੋਰ ਜੀ। ਫਲੀਟਲਾਈਨ ਇੰਸ਼ੋਰੈਂਸ ਕੰਪਨੀ ਜਿਹੜੀ ਇੱਕ ਬ੍ਰੋਕਰੇਜ ਹੈ ਜੀ, ਕੈਲੀਫੋਰਨੀਆ ਬ੍ਰੋਕਰੇਜ ਹੈ। ਅਸੀਂ ਪ੍ਰਾਇਮਰੀਲੀ ਟਰੱਕ ਇੰਸ਼ੋਰੈਂਸ ਲਈ ਵਿੱਚ ਕੰਮ ਕਰਦੇ ਹਾਂ, ਹੋਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਅਸੀਂ ਨਹੀਂ ਕਰਦੇ। ਸੋ ਟਰੱਕ ਇੰਸ਼ੋਰੈਂਸ ਦੇ ਵਿੱਚ ਜਿੰਨੀਆਂ ਵੀ ਪਾਲਿਸੀਜ਼ ਆਉਂਦੀਆਂ ਨੇ, ਜਿਹਦੇ ਵਿੱਚ ਟਰੱਕਾਂ ਦੀ ਫਿਜ਼ੀਕਲ ਡੈਮੇਜ, ਲਾਇਬਿਲਿਟੀ, ਜਨਰਲ ਲਾਇਬਿਲਿਟੀ, ਕਾਰਗੋ, ਨਾਨ ਓਨ ਟ੍ਰੇਲਰ, ਵਰਕਰਸ ਕੰਪਨਸੇਸ਼ਨ, ਇਹ ਸਾਰੀਆਂ ਪਾਲਿਸੀਜ਼ ਅਸੀਂ ਕਵਰ ਕਰਦੇ ਹਾਂ। ਤੇ ਸਾਡੀ ਕੰਪਨੀ ਜਿਹੜੀ ਆ ਉਹ ਬ੍ਰੋਕਰੇਜ ਆ। ਸੋ ਵਿਚ ਮੀਨਸ ਕਿ ਅਸੀਂ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਜਿਹੜਾ ਟਰੱਕਿੰਗ ਕੰਪਨੀ ਦੇ ਵੱਲੋਂ ਅਸੀਂ ਕੰਮ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਤੋਂ ਰੇਟ ਲੈ ਕੇ ਤੇ ਉਹਦਾ ਕੰਪੈਰੇਟਿਵ ਰੇਟ ਜਿਹੜਾ ਲੈ ਕੇ ਕਸਟਮਰ ਨੂੰ ਦਈਏ, ਤਾਂ ਕਿ ਉਹਨਾਂ ਨੂੰ ਫਾਇਦਾ ਹੋਵੇ ਤੇ ਵਧੀਆ ਤੋਂ ਵਧੀਆ ਕਵਰੇਜ ਲੈ ਕੇ ਦੇ ਸਕੀਏ। ਸੋ ਦੈਟ ਇਜ਼ ਵਾਟ ਵੀ ਡੂ ਜੀ। ਸੋ ਜੇਕਰ ਸਭ ਤੋਂ ਪਹਿਲਾਂ ਮੈਂ ਇਹ ਵੀ ਕਹਾਂਗੀ ਕਿ ਜੇ ਕੰਟੈਕਟ ਕਰਨਾ ਹੋਵੇ, ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਹੈ ਜੋ ਅਕਸਰ ਹੀ ਹੋ ਸਕਦਾ ਸਾਡੇ ਮਾਈਂਡ ਦੇ ਵਿੱਚ ਨਾ ਆਉਣ, ਜਾਂ ਫਿਰ ਸਾਡੇ ਸਰੋਤਿਆਂ ਦੇ ਮਾਈਂਡ ਦੇ ਵਿੱਚ ਹੋਣ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਉਹ ਫਲੀਟਲਾਈਨ ਇੰਸ਼ੋਰੈਂਸ ਸਰਵਿਸਿਜ਼ ਦੇ ਨਾਲ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਨੇ? ਹਾਂਜੀ ਸ਼ੋਰ। ਤੁਸੀਂ ਪਹਿਲਾਂ ਤਾਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ, fleetlineinsurance.com, ਤੇ ਉਹਦੇ ਤੇ ਤੁਸੀਂ ਜਾ ਕੇ ਕੰਟੈਕਟ ਫਾਰਮ ਭਰ ਸਕਦੇ ਹੋ ਤੇ ਉੱਥੇ ਸਾਡਾ ਫੋਨ ਨੰਬਰ ਵੀ ਹੈਗਾ। ਕੰਟੈਕਟ ਫਾਰਮ ਭਰੋਗੇ ਤੇ ਤੁਹਾਨੂੰ ਜ਼ਰੂਰ ਅਸੀਂ ਉਸੇ ਵੇਲੇ ਕਾਲ ਕਰਾਂਗੇ ਤੇ ਤੁਹਾਡੇ ਤੋਂ ਇਨਫੋਰਮੇਸ਼ਨ ਲਵਾਂਗੇ, ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੀ ਲੋੜ ਹੈਗੀ ਉਹ ਦੇਵਾਂਗੇ। ਸੋ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਕੁਐਸਚਨਸ ਹੋਣ ਇੰਸ਼ੋਰੈਂਸ ਦੇ ਬਾਰੇ, ਟਰੱਕ ਇੰਸ਼ੋਰੈਂਸ ਦੇ ਬਾਰੇ, ਜਾਂ ਟਰੱਕਿੰਗ ਇੰਡਸਟਰੀ ਇਨ ਜਨਰਲ ਦੇ ਬਾਰੇ ਵੀ, ਜ਼ਰੂਰੀ ਨਹੀਂ ਵੀ ਟਰੱਕ ਇੰਸ਼ੋਰੈਂਸ ਦੇ ਬਾਰੇ, ਤੁਹਾਨੂੰ ਕੋਈ ਟਰੱਕਿੰਗ ਬਾਰੇ ਵੀ ਕੁਐਸਚਨ ਹੈਗਾ, ਕਿਉਂਕਿ ਸਾਡੇ ਕੋਲ ਬਹੁਤ ਟਰੱਕਿੰਗ ਦਾ ਐਕਸਪੀਰੀਅੰਸ ਹੈ। ਸੋ ਤੁਸੀਂ ਸਾਨੂੰ 800 ਨੰਬਰ ਤੇ ਕਾਲ ਕਰ ਸਕਦੇ ਹੋ। ਸਾਡਾ 800 ਨੰਬਰ ਹੈਗਾ 1-800-405-7421, 1-800-405-7421। ਜੀ। ਇਹ ਸਾਰੀਆਂ ਕੰਟੈਕਟ ਇਨਫੋਰਮੇਸ਼ਨਸ ਹੋ ਗਈਆਂ, ਪਰ ਮੈਂ ਇਹ ਸੋਚ ਰਹੀ ਹਾਂ ਕਿ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਫਲੀਟਲਾਈਨ ਇੰਸ਼ੋਰੈਂਸ ਸਰਵਿਸਿਜ਼ ਦੀ, ਤਾਂ ਸਾਨੂੰ ਪਤਾ ਹੈ ਕਿ ਸਾਡੇ ਸਰੋਤੇ ਹੈ ਜਿਹੜੇ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋਣਗੇ। ਸੋ ਬਹੁਤ ਸਾਰੇ ਜਿਸ ਤਰ੍ਹਾਂ ਕਿ ਵਰਕਿੰਗ ਬਿਜ਼ਨੈਸਿਸ ਸੀਗੇ, ਇਹ ਇੰਨੇ ਕੁ ਜ਼ਿਆਦਾ ਕੰਮ ਨਹੀਂ ਕਰ ਪਾਏ ਡਿਊ ਟੂ ਕੋਵਿਡ। ਕਾਫੀ ਕੰਮ ਬੰਦ ਵੀ ਹੋ ਗਿਆ ਤੇ ਕਈਆਂ ਨੇ ਸੋਚਿਆ ਕਿ ਦੁਬਾਰਾ ਤੋਂ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਜਾਏ। ਸੋ ਨਵੀਂ ਟਰੱਕਿੰਗ ਇੰਡਸਟਰੀ, ਜਾਂ ਮਾਫ਼ ਕਰਨਾ, ਨਵੀਂ ਟਰੱਕਿੰਗ ਕੰਪਨੀ ਨੂੰ ਸ਼ੁਰੂ ਕਰਨ ਵਾਸਤੇ ਸਾਡੀ ਫਲੀਟਲਾਈਨ ਇੰਸ਼ੋਰੈਂਸ ਸਰਵਿਸਿਜ਼ ਕਿਵੇਂ ਹੈਲਪ ਕਰ ਸਕਦੀ ਹੈ? ਹਾਂਜੀ ਬਿਲਕੁਲ। ਬਹੁਤ ਸਾਰੇ ਸਾਡੇ ਕਲਾਇੰਟਸ ਜਿਹੜੇ ਹੈਗੇ, ਜਿਹੜੇ ਆਊਟ ਆਫ ਬਿਜ਼ਨਸ ਹੋ ਗਏ ਸੀ, ਉਹਨਾਂ ਨੇ ਦੁਬਾਰਾ ਸ਼ੁਰੂ ਕਰਨਾ ਹੈ, ਜਾਂ ਜਿਹੜੇ ਨਵੇਂ ਅੱਗੇ ਡਰਾਈਵਰ ਹੈਗੇ, ਉਹਨਾਂ ਨੇ ਆਪਣੇ ਟਰੱਕ ਖਰੀਦ ਕੇ ਉਹ ਆਪਣੀ ਟਰੱਕਿੰਗ ਕੰਪਨੀ ਸ਼ੁਰੂ ਕਰਨਾ ਚਾਹੁੰਦੇ। ਅਸੀਂ ਸਾਰਿਆਂ ਨੂੰ ਇਨਕਰੇਜ ਕਰਦੇ ਹਾਂ। ਤੁਸੀਂ ਸਾਨੂੰ ਕਾਲ ਕਰ ਸਕਦੇ ਜੀ। ਐਜ਼ ਏ ਕੰਪਨੀ ਫਲੀਟਲਾਈਨ ਇੰਸ਼ੋਰੈਂਸ ਤੁਹਾਡੀ ਇੰਸ਼ੋਰੈਂਸ ਵਿੱਚ ਮਦਦ ਕਰ ਸਕਦਾ, ਕਿਉਂਕਿ ਜਦੋਂ ਆਪਾਂ ਨਵੀਂ ਕੰਪਨੀ ਖੋਲ੍ਹਦੇ ਹਾਂ ਸਾਡੇ ਐਕਸਪੈਂਸਿਸ ਹੁੰਦੇ ਆ ਤੇ ਸਾਡੇ ਕੋਲ ਜਿਹੜਾ ਬਜਟ ਹੈ ਬੜਾ ਲਿਮਿਟਡ ਹੁੰਦਾ ਹੈ, ਕਿਉਂਕਿ ਅਸੀਂ ਬਾਕੀ ਸਾਰੀਆਂ ਚੀਜ਼ਾਂ ਤੇ ਪੈਸੇ ਲਾਉਣੇ, ਟਰੱਕ ਖਰੀਦਣ ਤੇ ਪੈਸੇ ਲਾਉਣੇ, ਕੰਪਨੀ ਬਣਾਉਣ ਤੇ ਪੈਸੇ ਲਾਉਣੇ ਆ। ਸੋ ਇੰਸ਼ੋਰੈਂਸ ਇਹ ਬਹੁਤ ਜ਼ਰੂਰੀ ਹੈ ਕਿ ਨਵੀਂ ਕੰਪਨੀ ਨੂੰ ਇੰਸ਼ੋਰੈਂਸ ਜਿਹੜਾ ਬੜਾ ਕੰਪੈਰੇਟਿਵ ਰੇਟ ਤੇ ਮਿਲੇ, ਵਧੀਆ ਕਵਰੇਜ ਹੋਵੇ ਤੇ ਘੱਟ ਰੇਟਸ ਤੇ ਮਿਲੇ, ਜਿਹਦੇ ਨਾਲ ਉਹ ਆਪਣਾ ਰੈਵਨਿਊ ਜਨਰੇਟ ਕਰਕੇ ਪ੍ਰੋਫਿਟ ਕਮਾ ਸਕਣ। ਸੋ ਟਰੱਕਿੰਗ ਜਿਹੜੀ ਇੰਸ਼ੋਰੈਂਸ ਜਿਹੜੀ ਉਹ ਇਹੋ ਜਿਹੀ ਫੀਲਡ ਹੈ ਜਿਹਦੇ ਵਿੱਚ ਬ੍ਰੋਕਰ ਟੂ ਬ੍ਰੋਕਰ, ਇੰਸ਼ੋਰੈਂਸ ਕੰਪਨੀ ਟੂ ਇੰਸ਼ੋਰੈਂਸ ਕੰਪਨੀ ਕਈ ਵਾਰੀ
$5,000-10,000 ਪਰ ਈਅਰ ਤੁਹਾਡਾ ਇੰਸ਼ੋਰੈਂਸ ਪ੍ਰੀਮੀਅਮ ਦਾ ਫਰਕ ਹੁੰਦਾ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਹਾਡਾ ਜਿਹੜਾ ਬ੍ਰੋਕਰ ਹੈ, ਇੰਸ਼ੋਰੈਂਸ ਬ੍ਰੋਕਰ ਹੈ, ਇਨ ਦਿਸ ਕੇਸ ਫਲੀਟਲਾਈਨ ਇੰਸ਼ੋਰੈਂਸ, ਅਸੀਂ ਉਹ ਜਿਹੜਾ ਤੁਹਾਡੇ ਲਈ ਪੂਰੀ ਮਿਹਨਤ ਕਰੇ, ਤੁਹਾਨੂੰ ਵੱਧ ਤੋਂ ਵੱਧ ਇੰਸ਼ੋਰੈਂਸ ਕੰਪਨੀਜ਼ ਤੋਂ ਰੇਟ ਮੰਗਾ ਕੇ ਦੇਵੇ ਤਾਂ ਕਿ ਜਿਹੜਾ ਸਭ ਤੋਂ ਕੰਪੈਟੀਟਿਵ ਰੇਟ ਆ ਤੇ ਸਭ ਤੋਂ ਵਧੀਆ ਕਵਰੇਜ ਉਹ ਤੁਸੀਂ ਲੈ ਸਕੋ। ਇਸ ਤੋਂ ਇਲਾਵਾ ਜਿਹੜਾ ਟਰੱਕਿੰਗ ਬਿਜ਼ਨਸ ਕਿਸ ਤਰ੍ਹਾਂ ਸ਼ੁਰੂ ਕਰਨਾ, ਸੋ ਉਹਦੇ 'ਚ ਅਸੀਂ ਪ੍ਰਾਇਮਰੀਲੀ ਇੰਸ਼ੋਰੈਂਸ ਕਰਦੇ ਹਾਂ, ਪਰ ਸਾਨੂੰ ਮੈਂ ਬੜੇ ਸਾਲਾਂ ਤੋਂ ਟਰੱਕਿੰਗ ਇੰਡਸਟਰੀ 'ਚ ਆਲਮੋਸਟ 25 years ਤੋਂ ਟਰੱਕਿੰਗ ਦੇ ਵਿੱਚ ਹਾਂ। ਸੋ ਟਰੱਕ ਬਿਜ਼ਨਸ ਸ਼ੁਰੂ ਕਰਨ ਵਾਸਤੇ ਕਾਫੀ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ। ਤੁਹਾਨੂੰ ਆਰਗੇਨਾਈਜ਼ ਤਰੀਕੇ ਨਾਲ ਸਾਰਾ ਕੰਮ ਜਿਹੜਾ ਉਹ ਕਰੋਗੇ ਤੇ ਤੁਹਾਡਾ ਬਿਜ਼ਨਸ ਜਲਦੀ ਸ਼ੁਰੂ ਹੋ ਜਾਏਗਾ ਤੇ ਤੁਸੀਂ ਜਲਦੀ ਪੈਸੇ ਕਮਾਉਣ ਲੱਗ ਜਾਓਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵੀ ਤੁਸੀਂ ਦੇਖੋ ਵੀ ਤੁਸੀਂ ਆਪਣੀ ਟਰੱਕਿੰਗ ਕੰਪਨੀ ਦਾ ਨਾਂ ਕੀ ਰੱਖਣਾ ਹੈ। ਸੋ ਨਾਂ ਰੱਖਣ ਤੋਂ ਬਾਅਦ ਤੁਸੀਂ ਆਪਣੀ ਕੰਪਨੀ ਰਜਿਸਟਰ ਕਰਾਓ, ਕਾਰਪੋਰੇਸ਼ਨ ਜਾਂ LLC। ਬਹੁਤ ਸਾਰੇ ਲੋਕ ਜਿਹੜੇ ਆਪਣੇ ਇੰਡੀਵਿਜੂਅਲ ਨਾਂ ਤੇ ਕੰਪਨੀ ਸ਼ੁਰੂ ਕਰ ਲੈਂਦੇ ਨੇ। ਸੋ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਵੀ ਟਰੱਕਿੰਗ ਕੰਪਨੀ ਕਦੀ ਵੀ ਆਪਣੇ ਇੰਡੀਵਿਜੂਅਲ ਨਾਂ ਦੇ ਉੱਤੇ ਜਾਂ ਆਪਣੇ ਫੈਮਿਲੀ ਮੈਂਬਰ ਦੇ ਨਾਂ ਦੇ ਉੱਪਰ ਸ਼ੁਰੂ ਨਹੀਂ ਕਰਨੀ ਚਾਹੀਦੀ। ਉਹਦਾ ਰੀਜ਼ਨ ਲਾਇਬਿਲਿਟੀ ਆ ਕਿ ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਵੇ, ਕੋਈ ਕਲੇਮ ਹੋ ਜਾਵੇ। ਜੇ ਤੁਹਾਡੇ ਪਰਸਨਲ ਨਾਂ ਤੇ ਆ ਤੇ ਉਹਦੇ ਨਾਲ ਤੁਹਾਡੇ ਜਿਹੜੇ ਸਾਰੇ ਪਰਸਨਲ ਐਸੈਟਸ ਆ ਉਹ ਵੀ ਖਤਰੇ 'ਚ ਪੈ ਜਾਂਦੇ ਆ, ਉਹ ਵੀ ਕੋਰਟ ਦੇ ਵਿੱਚ ਕਲੇਮ ਹੋ ਸਕਦੇ ਆ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਕਾਰਪੋਰੇਸ਼ਨ ਜਾਂ LLC ਬਣਾਓ, ਜਿਹਦੇ ਨਾਲ ਉਹਦੇ ਨਾਲ ਇਹ ਹੁੰਦਾ ਵੀ ਤੁਹਾਡੀ ਲਾਇਬਿਲਿਟੀ ਜਿਹੜੀ ਆ, ਕੋਈ ਵੀ ਐਕਸੀਡੈਂਟ ਕੁਛ ਵੀ ਕਲੇਮ ਹੋ ਜਾਵੇ ਤੇ ਤੁਹਾਡੇ ਪਰਸਨਲ ਰੈਕਡ ਨੂੰ ਖਰਾਬ ਨਹੀਂ ਕਰਦਾ, ਤੁਹਾਡਾ ਜਿਹੜਾ ਘਰ ਆ ਜਾਂ ਪਰਸਨਲ ਤੁਹਾਡੀ ਪ੍ਰਾਪਰਟੀ ਆ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਉਹਦਾ। ਸੋ ਹਮੇਸ਼ਾ LLC ਬਣਾਓ, ਕਾਰਪੋਰੇਸ਼ਨ ਬਣਾਓ ਤੇ ਉਸ ਤੋਂ ਬਾਅਦ ਤੁਸੀਂ MC DOT ਨੰਬਰ ਲੈਣਾ ਹੈਗਾ ਤੇ ਉਹਦੇ 'ਚ ਸਾਡੇ ਕੋਲ ਬੜੇ ਰਿਸੋਰਸਿਸ ਆ ਇੱਥੇ, ਅਸੀਂ ਲਿੰਕਡ ਹੈਗੇ ਆ ਬੰਦਿਆਂ ਦੇ ਨਾਲ ਜਾਂ ਕੰਪਨੀਜ਼ ਦੇ ਨਾਲ ਜਿਹੜਾ ਸਾਰਾ ਤੁਹਾਡਾ ਪੇਪਰ ਵਰਕ ਕਰਵਾ ਕੇ ਦਿੰਦੀਆਂ। ਸੋ ਤੁਸੀਂ ਸਾਨੂੰ ਕਾਲ ਕਰ ਲਓ ਸਾਡੇ ਨੰਬਰ ਤੇ 1-800-405-7421 ਤੇ ਮੈਂ ਜਾਂ ਮੇਰੇ ਸਟਾਫ ਦਾ ਕੋਈ ਵੀ ਬੰਦਾ ਤੁਹਾਨੂੰ ਪ੍ਰੋਪਰਲੀ ਗਾਈਡ ਕਰਕੇ ਅਸੀਂ ਉਹਨਾਂ ਬੰਦਿਆਂ ਨਾਲ ਤੁਹਾਨੂੰ ਇਨ ਟੱਚ ਕਰਾ ਦਿਆਂਗੇ ਜਿਹੜੇ ਤੁਹਾਡੀ ਹੈਲਪ ਕਰਨਗੇ। ਸੋ ਬੇਸਿਕਲੀ ਉਸ ਤੋਂ ਬਾਅਦ ਤੁਸੀਂ ਟਰੱਕ ਖਰੀਦਣਾ ਹੈ ਆਪਣਾ। ਸੋ ਟਰੱਕ ਜਿਹੜਾ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਹੋਣਾ ਚਾਹੀਦਾ। ਜੇ ਤੁਸੀਂ ਪੋਰਟਸ ਤੇ ਕੰਮ ਕਰਨਾ ਤੇ ਜ਼ਰੂਰੀ ਨਹੀਂ ਤੁਸੀਂ ਬਿਲਕੁਲ ਨਵਾਂ ਟਰੱਕ ਖਰੀਦਣਾ, ਕਿਉਂਕਿ ਨਵੇਂ ਟਰੱਕ ਬਹੁਤ ਮਹਿੰਗੇ ਆ। ਜੇ ਤੁਸੀਂ ਲੌਂਗ ਹਾਲ ਚੱਲਣਾ ਹੈਗਾ ਫਿਰ ਹੀ ਨਵੇਂ ਟਰੱਕ ਦੀ ਲੋੜ ਹੈ। ਸੋ ਟਰੱਕ ਉਹੋ ਜਿਹਾ ਖਰੀਦੋ ਜਿਹੜਾ ਤੁਹਾਡਾ ਜਿਹਦੇ ਨਾਲ ਤੁਹਾਡਾ ਕੰਮ ਹੋ ਜਾਵੇ ਤੇ ਬਹੁਤ ਮਹਿੰਗਾ ਟਰੱਕ ਹੋਣਾ ਚਾਹੀਦਾ, ਪਰਪਸ ਸੋਲਵ ਹੋ ਜਾਵੇ, ਤੁਸੀਂ ਪੈਸੇ ਬਣਾ ਸਕੋ। ਜੇ ਹੁਣ ਮੇਰਾ ਤੁਹਾਡਾ 80-70-80 ਹਜ਼ਾਰ ਦੇ ਟਰੱਕ ਨਾਲ ਕੰਮ ਚੱਲਦਾ ਤੇ ਤੁਸੀਂ 2 ਲੱਖ ਦਾ ਟਰੱਕ ਕਿਉਂ ਲਓਗੇ? ਸੋ ਉਸ ਤਰ੍ਹਾਂ ਦੀ ਇਨਵੈਸਟਮੈਂਟ ਕਰੋ। ਤੇ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਹੈ, ਇੰਸ਼ੋਰੈਂਸ ਦੇ ਬਾਰੇ ਅੱਗੇ ਆਪਾਂ ਡਿਸਕਸ ਕਰਾਂਗੇ ਇਸੇ ਸੈਗਮੈਂਟ ਦੇ ਵਿੱਚ ਵੀ। ਐਜ਼ ਕੈਰੀਅਰਸ, ਐਜ਼ ਟਰੱਕਿੰਗ ਕੰਪਨੀਜ਼ ਤੁਹਾਨੂੰ ਇੰਸ਼ੋਰੈਂਸ ਬ੍ਰੋਕਰ ਦੇ ਨਾਲ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਹੈ, ਕਿ ਕਿਹੋ ਜਿਹੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਤੇ ਕਿਹੜੀਆਂ ਗੱਲਾਂ ਦਾ ਤੁਹਾਨੂੰ ਵੀ ਧਿਆਨ ਰੱਖਣਾ ਚਾਹੀਦਾ ਇੰਸ਼ੋਰੈਂਸ ਦੇ ਮਾਮਲੇ 'ਚ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਹਾਂਜੀ, ਕਿਉਂਕਿ ਮੈਂ ਜਾਣਨਾ ਚਾਹ ਰਹੀ ਸੀ ਵੀ ਕਿਸੇ ਵੀ ਟਰੱਕਿੰਗ ਕੰਪਨੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹ ਪਾਲਿਸੀ ਲੈਂਦੇ ਆ, ਪਾਲਿਸੀ ਬਾਏ ਕਰਨ ਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਜਿੱਦਾਂ ਕਿ ਹੁਣੇ ਤੁਸੀਂ ਮੈਂਸ਼ਨ ਕੀਤਾ। ਸੋ ਮੇਰਾ ਅਗਲਾ ਸਵਾਲ ਵੀ ਇਹੀ ਸੀ, ਮੈਂ ਪੁੱਛਣਾ ਚਾਹ ਰਹੀ ਸੀ ਤੁਹਾਡੇ ਤੋਂ। ਹਾਂਜੀ, ਪਾਲਿਸੀ ਦੇਖੋ ਅਨਫੋਰਚੂਨੇਟਲੀ ਕੀ ਹੈਗਾ ਕਿ ਬੜੇ ਲੰਮੇ ਸਮੇਂ ਤੋਂ ਪੰਜਾਬੀ US ਦੇ ਵਿੱਚ, ਕੈਨੇਡਾ 'ਚ, ਹੋਰ ਦੇਸ਼ਾਂ ਦੇ ਵਿੱਚ ਟਰੱਕਿੰਗ ਦੇ ਕਾਰੋਬਾਰ ਕਰ ਰਹੇ ਆ। ਪਰ ਮੈਨੂੰ ਬੜੀ ਹੈਰਾਨੀ ਹੁੰਦੀ ਦੇਖ ਕੇ ਕਿ ਸਭ ਤੋਂ ਘੱਟ ਨੌਲੇਜ ਟਰੱਕਿੰਗ ਕੰਪਨੀਜ਼ ਨੂੰ ਤੇ ਟਰੱਕਰਸ ਨੂੰ ਸਭ ਤੋਂ ਘੱਟ ਨੌਲੇਜ ਇੰਸ਼ੋਰੈਂਸ ਬਾਰੇ ਹੁੰਦੀ ਹੈ। ਸੋ ਆਪਾਂ ਸਮਝਦੇ ਹਾਂ ਕਿ ਜੋ ਵੀ ਬ੍ਰੋਕਰ ਨੇ ਜਾਂ ਇੰਸ਼ੋਰੈਂਸ ਏਜੰਟ ਨੇ ਆਪਾਂ ਨੂੰ ਲੈ ਕੇ ਦੇ ਦਿੱਤਾ ਉਹ ਠੀਕ ਹੈ, ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਟਰੱਕਿੰਗ ਕੰਪਨੀ ਦਾ ਹੁੰਦਾ। ਸੋ ਮੇਰੀ ਇਹ ਜਿਹੜੀ ਸੈਗਮੈਂਟਸ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਉਹਦੇ ਵਿੱਚ ਮੇਰਾ ਪਰਪਸ ਇਹ ਵੀ ਹੁੰਦਾ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਪ੍ਰਮੋਟ ਕਰਨ ਤੋਂ ਇਲਾਵਾ ਕਿ ਸਾਡੇ ਜਿਹੜੇ ਟਰੱਕਰ ਭਰਾ ਹੈਗੇ ਆ ਜਾਂ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਅਸੀਂ ਐਜੂਕੇਟ ਕਰ ਸਕੀਏ ਵੀ ਇੰਸ਼ੋਰੈਂਸ ਜਿਹੜੀ ਆ ਕਿੰਨੀ ਇੰਪੋਰਟੈਂਟ ਆ। ਤੇ ਤੁਹਾਨੂੰ ਵੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨ ਲੱਗਿਆ ਆਪਣੀ ਪਾਲਿਸੀ ਤੁਸੀਂ ਕਿਹੋ ਜਿਹੀ ਲੈਣੀ ਆ, ਤੁਹਾਡੀ ਜਿਹੜੀ ਪਾਲਿਸੀ ਆ ਤੁਹਾਡੀ ਬਿਜ਼ਨਸ ਦੇ ਨਾਲ ਮੈਚ ਕਰਨੀ ਚਾਹੀਦੀ ਆ, ਤੇ ਨਹੀਂ ਤੇ ਇੱਕ ਟਰੱਕਿੰਗ ਕੰਪਨੀ ਦਾ ਕਾਫੀ ਨੁਕਸਾਨ ਹੁੰਦਾ ਹੈ। ਸੋ ਜਿਹੜੀਆਂ ਮੇਨ ਚੀਜ਼ਾਂ ਜਿਹੜੀਆਂ ਤੁਸੀਂ ਦੇਖਣੀਆਂ ਨੇ ਐਜ਼ ਟਰੱਕਰ, ਜਦੋਂ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਹੁੰਦੀ ਆ ਉਹਨਾਂ ਨੂੰ ਕਲੀਅਰਲੀ ਦੱਸੋ ਕਿ ਤੁਸੀਂ ਕਿਹੜੀ ਚੀਜ਼ਾਂ ਕਮੋਡਿਟੀਜ਼ ਹੌਲ ਕਰਦੇ ਜੇ, ਵੀ ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਟਰੱਕ ਦੇ ਆਪਣੇ ਵਿੱਚ ਲੈ ਕੇ ਜਾਂਦੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਇਲੈਕਟ੍ਰੋਨਿਕਸ ਲੈ ਕੇ ਜਾਂਦੇ ਹੋ
ਜਾਂ ਤੁਸੀਂ ਫਾਰਮਾਸਿਊਟੀਕਲ ਲੈ ਕੇ ਜਾਂਦੇ, ਦਵਾਈਆਂ ਲੈ ਕੇ ਜਾਂਦੇ ਹੋ, ਤੇ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਦੱਸਦੇ ਨਹੀਂ, ਤੇ ਉਹਨਾਂ ਤੁਹਾਨੂੰ ਪੁੱਛਿਆ ਨਹੀਂ, ਤੁਸੀਂ ਦੱਸਿਆ ਨਹੀਂ, ਤੇ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਉਹ ਕਮੋਡਿਟੀਜ਼ ਲੈ ਕੇ ਜਾਂਦੇ ਹੋ ਤੁਹਾਡੀ ਪਾਲਿਸੀ 'ਚ ਐਂਟਰ ਨਹੀਂ ਕੀਤੀਆਂ। ਕੱਲ ਨੂੰ ਜੇ ਤੁਸੀਂ ਦਵਾਈਆਂ ਦਾ ਲੋਡ ਲੈ ਕੇ ਜਾ ਰਹੇ ਹੋ ਜਾਂ ਲੀਕਰ ਦਾ ਲੋਡ ਲੈ ਕੇ ਜਾ ਰਹੇ ਹੋ, ਕਿਸੇ ਵੀ ਤਰ੍ਹਾਂ ਦਾ ਜਿਹੜੀ ਤੁਹਾਡੀ ਪਾਲਿਸੀ 'ਚ ਇਨਕਲੂਡ ਨਹੀਂ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਵਾਈਆਂ, ਟੈਕਸਟਾਈਲਸ, ਲੀਕਰ, ਇਲੈਕਟ੍ਰੋਨਿਕਸ, ਵਾਈਨ, ਇਹ ਸਾਰੀਆਂ ਚੀਜ਼ਾਂ ਲਈ ਵੱਖਰੀ ਐਂਡੋਰਸਮੈਂਟ ਲੈਣੀ ਪੈਂਦੀ ਹੈ। ਸੋ ਜੇ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਲੀਅਰਲੀ ਨਹੀਂ ਦੱਸਿਆ, ਉਹਨੇ ਨਹੀਂ ਲਈ, ਤਾਂ ਤੁਸੀਂ ਲੈ ਕੇ ਜਾ ਰਹੇ ਹੋ ਮਹਿੰਗਾ ਲੋਡ, ਤੇ ਰਸਤੇ 'ਚ ਕੋਈ ਐਕਸੀਡੈਂਟ ਹੋ ਗਿਆ, ਕੁਛ ਹੋ ਗਿਆ, ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਕਵਰ ਨਹੀਂ ਕਰੂਗੀ। ਸੋ ਬਹੁਤ ਸਾਰੇ ਟਰੱਕਰਜ਼ ਨੂੰ ਇਹ ਪਤਾ ਲੱਗਦਾ ਵਾ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਕਿ ਉਹਨਾਂ ਦੀ ਕਵਰੇਜ ਨਹੀਂ ਹੈਗੀ, ਉਸ ਟਾਈਮ ਤੇ ਕੁਛ ਨਹੀਂ ਹੋ ਸਕਦਾ ਹੁੰਦਾ, ਕਿਉਂਕਿ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਉਸੇ ਗੱਲ ਦੀ ਕਵਰੇਜ ਦੇਣੀ ਹੈ ਜਿਹੜੀ ਤੁਹਾਡੇ ਡਾਕੂਮੈਂਟਸ 'ਚ ਲਿਖੀ ਹੈ। ਸੋ ਇਟਸ ਵੈਰੀ ਇੰਪੋਰਟੈਂਟ। ਜੇ ਤੁਹਾਨੂੰ ਪਤਾ ਵਾ, ਫੋਰ ਐਗਜ਼ਾਮਪਲ ਤੁਹਾਨੂੰ ਪਤਾ ਵੀ ਮੇਰੇ ਪਾਲਿਸੀ ਦੇ ਵਿੱਚ ਲੀਕਰ ਲੋਡ ਨਹੀਂ ਲਿਖਿਆ ਹੋਇਆ, ਸ਼ਰਾਬ ਦਾ ਲੋਡ ਤੁਸੀਂ ਨਹੀਂ ਲਿਖਿਆ, ਪਰ ਤੁਹਾਨੂੰ ਕੋਈ ਬਹੁਤ ਵਧੀਆ ਲੋਡ ਮਿਲ ਰਿਹਾ ਹੈ ਜਾਂ ਅਕਾਊਂਟ ਮਿਲ ਰਿਹਾ, ਤੇ ਲੋਡ ਚੁੱਕਣ ਤੋਂ ਪਹਿਲਾਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰੋ, ਉਹਨੂੰ ਇਨਫੋਰਮ ਕਰੋ ਕਿ ਮੈਂ ਆਹ ਲੋਡ ਚੁੱਕਣਾ ਹੈ, ਤੂੰ ਮੈਨੂੰ ਇਹਦੀ ਇੰਡੋਰਸਮੈਂਟ ਐਡ ਕਰ ਲਓ ਪਾਲਿਸੀ 'ਚ। ਤਾਂ ਉਹ ਤੁਹਾਨੂੰ ਦੱਸ ਦੇਗਾ ਕਿ ਇੰਡੋਰਸਮੈਂਟ ਐਡ ਕਰਕੇ ਤੁਹਾਨੂੰ ਡਾਕੂਮੈਂਟ ਇੱਕ ਈਮੇਲ ਭੇਜੂਗਾ ਜਿਹਦੇ 'ਚ ਲਿਖਿਆ ਹੋਊਗਾ ਕਿ ਤੁਸੀਂ ਚੁੱਕ ਸਕਦੇ ਹੋ। ਤਾਂ ਮੇਕ ਸ਼ੋਰ ਕਰੋ ਕਿ ਕੁਛ ਵੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਕਵਰ ਕਰੋ। ਜਦੋਂ ਇੰਸ਼ੋਰੈਂਸ ਏਜੰਟ ਜਿਹੜੇ ਆ ਕਈ ਵਾਰੀ ਬਿਜ਼ੀ ਹੁੰਦੇ ਆ, ਤੁਹਾਨੂੰ ਸਾਰੀਆਂ ਗੱਲਾਂ ਨਹੀਂ ਪੁੱਛਦੇ, ਪਰ ਅਲਟੀਮੇਟਲੀ ਇਹਦਾ ਫਾਇਦਾ ਜਾਂ ਨੁਕਸਾਨ ਤੁਹਾਨੂੰ ਹੋਣਾ ਹੈ। ਸੋ ਆਪਣੇ ਡਾਕੂਮੈਂਟ, ਦੂਜੀ ਗੱਲ ਇਹ ਹੈ ਕਿ ਆਪਣੇ ਡਾਕੂਮੈਂਟਸ ਨੂੰ ਪੜ੍ਹੋ। ਮੈਂ ਬਹੁਤ ਜ਼ਿਆਦਾ ਆਲਮੋਸਟ ਮੈਂ ਕਹਿ ਸਕਦਾ ਵੀ 90% ਟਰੱਕਰਸ ਇਹੋ ਜਿਹੇ ਆ ਜਿਹੜੇ ਇੰਸ਼ੋਰੈਂਸ ਡਾਕੂਮੈਂਟਸ ਜਿਹੜੀਆਂ ਉਹਨਾਂ ਨੂੰ ਅਸੀਂ ਭੇਜਦੇ ਆ, ਉਹ ਮੇਲ ਆਉਂਦੀ ਆ, ਉਹਨੂੰ ਸਾਈਡ ਤੇ ਰੱਖ ਦਿੰਦੇ, ਕੋਈ ਨਹੀਂ ਪੜ੍ਹਦਾ। ਸੋ ਆਪਣੇ ਡਾਕੂਮੈਂਟਸ ਨੂੰ ਪੜ੍ਹੋ, ਇਹ ਦੇਖੋ ਕਿ ਤੁਹਾਡੇ ਡਾਕੂਮੈਂਟਸ ਦੇ ਉੱਤੇ ਕੀ ਲਿਖਿਆ ਹੈ। ਉਹਦੇ 'ਚ ਬੜੀਆਂ ਚੀਜ਼ਾਂ ਜ਼ਰੂਰੀ ਆ, ਕਿਉਂਕਿ ਕਈ ਪਾਲਿਸੀਜ਼ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਵੀ ਡਰਾਈਵਰ ਜਿਹੜੇ ਆ, ਕੋਈ ਵੀ ਡਰਾਈਵਰ ਤੁਸੀਂ ਰੱਖੋਗੇ ਉਹਦੀ 25 ਈਅਰਸ ਤੋਂ ਉੱਪਰ ਹੋਣੀ ਚਾਹੀਦੀ ਏਜ। ਹੁਣ ਤੁਸੀਂ ਜੇ ਨਹੀਂ ਪੜ੍ਹਿਆ, ਤੁਸੀਂ 23 ਈਅਰਸ ਜਾਂ 24 ਈਅਰਸ ਦਾ ਡਰਾਈਵਰ ਰੱਖ ਲਿਆ, ਉਹਨੂੰ ਉਹ ਐਕਸੀਡੈਂਟ 'ਚ ਇਨਵੋਲਵ ਹੋ ਗਿਆ, ਤੇ ਇੰਸ਼ੋਰੈਂਸ ਕੰਪਨੀ ਨੇ ਉਹੀ ਡਾਕੂਮੈਂਟ ਦੀ ਕਾਪੀ ਤੁਹਾਨੂੰ ਭੇਜ ਕੇ ਕਹਿਣਾ ਕਿ ਵੀ ਟੋਲਡ ਯੂ ਕਿ ਇਹ ਕਵਰ ਨਹੀਂ ਹੋਊਗਾ, ਕਵਰ ਨਹੀਂ। ਸੋ ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਪੈਕੇਜ ਨਹੀਂ ਪੜ੍ਹਿਆ। ਸੋ ਉਹਨੂੰ ਚੰਗੀ ਤਰ੍ਹਾਂ ਦੇਖੋ, ਪੜ੍ਹੋ। ਜੇ ਤੁਸੀਂ ਨਹੀਂ ਪ੍ਰੋਪਰਲੀ ਪੜ੍ਹ ਸਕਦੇ, ਕਿਸੇ ਫੈਮਿਲੀ ਮੈਂਬਰ ਤੋਂ ਪੜ੍ਹਾਓ। ਜੇ ਫਿਰ ਵੀ ਕੋਈ ਪ੍ਰੋਬਲਮ ਹੈ ਤਾਂ ਬੇਸ਼ੱਕ ਸਾਨੂੰ ਕਾਲ ਕਰੋ, ਚਾਹੇ ਤੁਸੀਂ ਸਾਡੇ ਕਲਾਇੰਟ ਹੈਗੇ ਹੋ ਜਾਂ ਨਹੀਂ। ਜਸਟ ਕਾਲ ਅਸ ਐਟ 1-800-405-7421 ਤੇ ਅਸੀਂ ਤੁਹਾਡੀ ਹੈਲਪ ਕਰ ਦਾਂਗੇ ਉਹਨੂੰ ਪੜ੍ਹਨ 'ਚ, ਸਮਝਾਉਣ 'ਚ ਤੁਹਾਨੂੰ। ਸੋ ਬਟ ਮੇਕ ਸ਼ੋਰ ਵੀ ਡੂ ਦੈਟ। ਦੂਸਰਾ ਜਿਹੜਾ ਮੇਨ ਹੈਗਾ ਕਿ ਆਪਣੇ ਰੇਡੀਅਸ ਬਾਰੇ ਦੱਸੋ, ਕਿ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਲੀਅਰਲੀ ਦੱਸੋ ਵੀ ਤੁਸੀਂ 100 ਮੀਲ ਤੇ ਰੇਡੀਅਸ ਚੱਲਦੇ ਹੋ, ਜਾਂ ਤੁਸੀਂ 500 ਮੀਲ ਚੱਲਦੇ ਹੋ, ਜਾਂ ਤੁਸੀਂ 1000 ਮੀਲ ਜਾਂਦੇ ਹੋ, ਜਾਂ ਤੁਸੀਂ ਪੂਰੇ ਸਟੇਟਸ ਵਿੱਚ ਜਾਂਦੇ ਹੋ। ਸੋ ਆਪਣੇ ਆਪਰੇਸ਼ਨ ਬਾਰੇ ਕਲੀਅਰ ਜਾਣਕਾਰੀ ਦਿਓ, ਤੇ ਉਹਦੇ 'ਚ ਵੀ ਤੁਹਾਨੂੰ ਪ੍ਰੋਬਲਮ ਆਉਂਦੀ, ਕਿਉਂਕਿ ਜੋ ਕੁਝ ਤੁਸੀਂ ਦੱਸੋਗੇ ਉਹੀ ਤੁਹਾਡੀ ਪਾਲਿਸੀ 'ਚ ਮੈਂਸ਼ਨ ਹੋਣਾ ਹੈ। ਫਿਰ ਤੁਸੀਂ ਇਹ ਕਲੀਅਰਲੀ ਦੱਸੋ ਵੀ ਕਿ ਤੁਸੀਂ ਕਿਹੜੇ ਸ਼ਹਿਰਾਂ 'ਚ ਟਰੈਵਲ ਕਰਦੇ ਹੋ। ਉਹਦੇ 'ਚ ਇਹ ਤੁਹਾਡਾ ਵੀ ਫਾਇਦਾ ਹੈ, ਕਿਉਂਕਿ ਜਦੋਂ ਇੰਸ਼ੋਰੈਂਸ ਪਾਲਿਸੀ ਲਿਖੀ ਜਾਂਦੀ ਹੈ, ਜੇ ਤੁਸੀਂ ਬਹੁਤ ਵੱਡੇ ਮੈਟਰੋਪੋਲੀਟਨ ਸ਼ਹਿਰ ਹੈਗੇ ਜਿਹਦੇ ਉਹਨਾਂ ਦਾ ਨਾਂ ਲਿਖੋਗੇ ਤੇ ਤੁਹਾਡੀ ਪਾਲਿਸੀ ਮਹਿੰਗੀ ਹੋਊਗੀ, ਕਿਉਂਕਿ ਜਿੱਥੇ ਟ੍ਰੈਫਿਕ ਜ਼ਿਆਦਾ ਹੈ, ਜਿੱਥੇ ਕ੍ਰਾਈਮ ਜ਼ਿਆਦਾ, ਉੱਥੇ ਰਿਸਕ ਵੀ ਜ਼ਿਆਦਾ। ਸੋ ਜੇ ਤਾਂ ਤੁਸੀਂ ਜਾਂਦੇ ਹੋ ਵੱਡੇ ਸ਼ਹਿਰਾਂ 'ਚ, ਫੋਰ ਐਗਜ਼ਾਮਪਲ ਤੁਸੀਂ ਸੈਨ ਫਰਾਂਸਿਸਕੋ ਜਾਂਦੇ ਹੋ, ਲਾਸ ਐਂਜਲਸ ਜਾਂਦੇ ਹੋ, ਤੇ ਜ਼ਰੂਰ ਦੱਸੋ ਆਪਣੇ ਏਜੰਟ ਨੂੰ, ਕਿਉਂਕਿ ਉਹ ਜ਼ਰੂਰੀ ਹੈ। ਪਰ ਜੇ ਤੁਸੀਂ ਨਹੀਂ ਜਾਂਦੇ ਤੇ ਫਿਰ ਉਹਨਾਂ ਨੂੰ ਦੱਸੋ ਕਿ ਮੈਂ ਲਾਸ ਐਂਜਲਸ ਜਾਂ ਸੈਨ ਫਰਾਂਸਿਸਕੋ ਜਾਂ ਓਕਲੈਂਡ ਵੱਡੇ ਸ਼ਹਿਰਾਂ 'ਚ ਨਹੀਂ ਜਾਂਦਾ। ਉਹਦੇ ਨਾਲ ਤੁਹਾਡੀ ਪਾਲਿਸੀ ਤੁਹਾਨੂੰ ਫਾਇਦਾ ਹੋਊਗਾ, ਤੁਹਾਡੀ ਪਾਲਿਸੀ ਸਸਤੀ ਹੋਊਗੀ, ਪਰ ਅਦਰਵਾਈਜ਼ ਤੁਹਾਡੀ ਪਾਲਿਸੀ ਕਵਰ ਹੋਊਗੀ। ਸੋ ਕਲੀਅਰ ਇਨਫੋਰਮੇਸ਼ਨ ਦਿਓ ਆਪਣੇ ਕਿੱਥੇ ਤੁਸੀਂ ਜਾਂਦੇ ਹੋ। ਤੇ ਬਾਕੀ ਤੁਸੀਂ ਵੈਸਟਰਨ ਸਟੇਟਸ ਵਿੱਚ ਜਾਂਦੇ ਹੋ ਜਾਂ 48 ਸਟੇਟਸ ਵਿੱਚ ਜਾਂਦੇ ਹੋ, ਉਹ ਵੀ ਕਲੀਅਰਲੀ ਦੱਸੋ। ਪਾਲਿਸੀ ਤੁਹਾਨੂੰ ਕਿਹੋ ਜਿਹੀ ਚਾਹੀਦੀ, ਲਿਮਿਟ। ਹੁਣ ਇਹਦੇ 'ਚ ਲਾਇਬਿਲਿਟੀ ਜਿੱਦਾਂ ਹੈਗੀ ਹੈ, ਕਈ ਕੰਪਨੀਆਂ ਰਿਕੁਆਇਰ ਕਰਦੀਆਂ ਕਿ 750,000 ਦੀ ਲਾਇਬਿਲਿਟੀ ਚਾਹੀਦੀ, ਕਈ ਕੰਪਨੀਆਂ ਚਾਹੁੰਦੀਆਂ ਮਿਲੀਅਨ ਦੀ ਚਾਹੀਦੀ। ਸੋ ਜੇ ਤੁਹਾਡੀ ਕੰਪਨੀ ਜਿਹਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਹਦੀ ਰਿਕੁਆਇਰਮੈਂਟ 750 ਦੀ ਹੈ, 7.5 ਲੱਖ ਦੀ ਹੈ, ਤੇ ਤੁਹਾਨੂੰ $1 ਮਿਲੀਅਨ ਦੀ ਲੈਣ ਦਾ ਕੋਈ ਆਈਡੀਆ ਨਹੀਂ, ਕਿਉਂਕਿ ਤੁਸੀਂ ਪੈਸੇ ਵੱਧ ਦੇ ਰਹੇ ਹੋ। ਸੋ ਆਪਣੀ ਰਿਕੁਆਇਰਮੈਂਟਸ ਪ੍ਰੋਪਰਲੀ ਕਮਿਊਨੀਕੇਟ ਕਰੋ। ਬਹੁਤ ਸਾਰੇ ਲੋਕ ਜਿਹੜੇ ਆ ਉਹ ਇੰਸ਼ੋਰੈਂਸ ਏਜੰਟ ਨੂੰ ਆਪਣੇ ਸਿਚੁਏਸ਼ਨ ਬਾਰੇ ਕਲੀਅਰਲੀ ਨਹੀਂ ਦੱਸਦੇ। ਸੋ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੰਦਾ ਕਿ ਤੁਹਾਡਾ ਤੇ ਤੁਹਾਡੇ ਇੰਸ਼ੋਰੈਂਸ ਬ੍ਰੋਕਰ ਦਾ ਕਮਿਊਨੀਕੇਸ਼ਨ ਚੈਨਲ ਬਿਲਕੁਲ ਖੁੱਲ੍ਹਾ ਹੋਣਾ ਚਾਹੀਦਾ ਹੈ। ਤੁਸੀਂ ਪ੍ਰੋਪਰਲੀ ਉਹਨੂੰ ਦੱਸੋ, ਕਿਉਂਕਿ ਇਹ ਸਮਝ ਕੇ ਦੱਸੋ ਕਿ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਤੁਹਾਡੀ ਪਾਲਿਸੀ ਉਹਦੇ ਅਕੋਰਡਿੰਗ ਹੋਊਗੀ। ਜੋ ਤੁਸੀਂ
ਜਿਹੜੀ ਚੀਜ਼ ਤੁਸੀਂ ਡਿਸਕਲੋਜ਼ ਕਰ ਰਹੇ ਹੋ ਕਵਰਡ ਹੋ ਜਾਊਗੀ, ਜਿਹੜੀ ਚੀਜ਼ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਮਿਊਨੀਕੇਟ ਨਹੀਂ ਕੀਤੀ, ਡਿਸਕਲੋਜ਼ ਨਹੀਂ ਕੀਤੀ, ਉਹ ਕਵਰ ਨਹੀਂ ਹੋਊਗੀ, ਫਿਰ ਕੱਲ ਨੂੰ ਤੁਹਾਡਾ ਨੁਕਸਾਨ ਹੋਊਗਾ ਤੇ ਫਿਰ ਪ੍ਰੋਬਲਮ ਆਊਗੀ। ਸੋ these are the things that a trucking company should communicate with the insurance agent or broker। ਜੀ ਸੋ ਹੁਣ ਕੇਵਿਨ ਜੀ ਜੇ ਗੱਲ ਕਰੀਏ ਕੰਟਰੈਕਟ ਦੇ ਬਾਰੇ, ਮਤਲਬ ਬਹੁਤ ਸਾਰੀਆਂ ਕੰਪਨੀਜ਼ ਹੁੰਦੀਆਂ ਟਰੱਕਿੰਗ ਕੰਪਨੀਜ਼ ਜਿਹੜੀਆਂ ਆਪਣੇ ਕੰਟਰੈਕਟ ਨੂੰ ਪੜ੍ਹ ਹੀ ਨਹੀਂ ਪਾਉਂਦੀਆਂ। ਕਿਉਂ ਇਹਨਾਂ ਨੂੰ ਜ਼ਰੂਰੀ ਹੈ ਕਿ ਇੰਨਾ ਪੜ੍ਹਿਆ ਜਾਵੇ, ਕਲੀਅਰਲੀ ਪੜ੍ਹਿਆ ਜਾਵੇ ਇਹਨਾਂ ਨੂੰ, ਕਿ ਇਹੀ ਕਾਰਨ ਹੈ ਜੋ ਹੁਣੇ ਤੁਸੀਂ ਐਕਸਪਲੇਨ ਕੀਤਾ? ਹਾਂਜੀ, ਪ੍ਰਾਇਮਰੀਲੀ ਇਹੋ ਕਾਰਨ ਹੈ। ਬਾਕੀ ਕੁਝ ਟੈਂਡੈਂਸੀ ਵੀ ਹੁੰਦੀ ਆ, ਅਨਫੋਰਚੂਨੇਟਲੀ ਆਪਾਂ ਜਿਹੜੇ ਆਪਣੇ ਮੋਸਟਲੀ ਬੰਦਿਆਂ ਦੀ ਟੈਂਡੈਂਸੀ, ਜਿਹੜਾ ਬੰਦਾ ਟਰੱਕ ਚਲਾਉਂਦਾ ਹੈ ਉਹਦੀ ਟੈਂਡੈਂਸੀ ਹੁੰਦੀ ਹੈ ਕਿ ਮੈਂ ਟਰੱਕ ਚਲਾਵਾਂ, ਉਸ ਤੋਂ ਬਾਅਦ ਉਹ ਥੱਕਿਆ ਹੁੰਦਾ, ਘਰ ਆ ਜਾਂਦਾ, ਮੇਲ ਆਈ, ਉਹ ਦੇਖਦਾ ਇੰਸ਼ੋਰੈਂਸ ਦਾ, ਉਹ ਸਾਈਡ ਤੇ ਰੱਖ ਦਿੰਦਾ। ਇਕੱਲਾ ਇੰਸ਼ੋਰੈਂਸ ਦਾ ਨਹੀਂ, ਈਵਨ ਤੁਹਾਡੇ ਜਿਹੜੇ ਕੰਟਰੈਕਟਸ ਤੁਹਾਡੇ ਕੈਰੀਅਰ ਦੇ ਦੂਜੀਆਂ ਕੰਪਨੀਜ਼ ਦੇ ਨਾਲ ਹੈ ਜਿਨ੍ਹਾਂ ਤੋਂ ਤੁਸੀਂ ਮਾਲ ਚੁੱਕਦੇ ਹੋ, ਸਾਰੇ ਪੜ੍ਹਨੇ ਜ਼ਰੂਰੀ ਹੈ। ਤੇ ਪਰ ਇੰਸ਼ੋਰੈਂਸ ਸਪੈਸੀਫਿਕਲੀ ਪੜ੍ਹਨਾ ਜ਼ਰੂਰੀ ਹੈ ਤੇ ਬਹੁਤ ਘੱਟ ਲੋਕ ਪੜ੍ਹਦੇ ਨੇ ਇਹਨਾਂ ਨੂੰ। ਸੋ ਆਪਣੇ ਡੈਕਲੇਰੇਸ਼ਨ ਪੇਜ, ਸਪੈਸ਼ਲੀ ਜਿਹੜੇ ਪਹਿਲੇ 9-10 ਪੇਜ ਹੁੰਦੇ ਜਿਹਦੇ 'ਚ ਸਾਰੀ ਕਲੀਅਰਲੀ ਲਿਖਿਆ ਹੁੰਦਾ, ਉਹਨੂੰ ਜ਼ਰੂਰ ਪੜ੍ਹੋ। ਤੇ ਜੇ ਤੁਹਾਨੂੰ ਸਮਝ ਨਹੀਂ ਆਉਂਦੀ, ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰੋ, ਉਹਦੇ ਆਫਿਸ ਜਿਹੜਾ ਇੰਸ਼ੋਰੈਂਸ ਕੰਪਨੀ ਦਾ ਆਫਿਸ ਹੁੰਦਾ ਉਹਨਾਂ ਨੂੰ ਸਾਰਾ ਪਤਾ ਹੁੰਦਾ। ਉਹਨਾਂ ਨੂੰ ਦੱਸੋ ਵੀ ਮੈਂ ਜਾਣਨਾ ਚਾਹੁੰਦਾ ਕਿ ਮੈਨੂੰ ਕਿਹੜੀ ਚੀਜ਼ ਕਵਰਡ ਆ, ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਡਰਾਈਵਰ ਕਿਹੜੇ ਕਵਰਡ ਆ, ਕਿਹੜੇ ਨਹੀਂ ਕਵਰਡ। ਮੈਂ ਉਹ ਸਾਰੀਆਂ ਗੱਲਾਂ ਜੇ ਤੁਸੀਂ ਆਪ ਨਹੀਂ ਪੜ੍ਹਨੀਆਂ, ਉਹਦੇ ਤੇ ਲਿਖੀਆਂ ਹੁੰਦੀਆਂ ਕੰਟਰੈਕਟ ਦੇ ਵਿੱਚ, ਪਰ ਜੇ ਨਹੀਂ ਤੁਸੀਂ ਆਪ ਪੜ੍ਹ ਸਕਦੇ ਜਾਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਪਲੀਜ਼ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਆਪਣੀ ਪਾਲਿਸੀ ਨੂੰ ਸਮਝੋ ਤੇ ਸਮਝ ਕੇ ਫਿਰ ਉਸ ਹਿਸਾਬ ਨਾਲ ਉਹ ਤੁਹਾਡੇ ਦਿਮਾਗ 'ਚ ਰਹੂਗਾ। ਤੁਸੀਂ ਉਹੋ ਜਿਹੀ ਚੀਜ਼ ਕਦੀ ਵੀ ਨਹੀਂ ਕਰੋਗੇ ਜਿਹੜਾ ਇੰਸ਼ੋਰੈਂਸ ਪਾਲਿਸੀ ਦੇ ਅਗੇਂਸਟ ਹੋਊਗਾ ਤੁਹਾਡੇ। ਤੇ ਜੇ ਤੁਸੀਂ ਕਰਨਾ ਵੀ ਆ, ਇੰਸ਼ੋਰੈਂਸ ਇੱਕ ਕੰਟਰੈਕਟ ਆ, ਉਹਦੇ ਵਿੱਚ ਇਹਦਾ ਮਤਲਬ ਨਹੀਂ ਕਿ ਜਿਹੜੀ 12 ਸਾਲਾਂ ਵਾਸਤੇ 12 ਮਹੀਨਿਆਂ ਵਾਸਤੇ ਪਾਲਿਸੀ ਲਿਖੀ ਗਈ ਉਹ ਚੇਂਜ ਨਹੀਂ ਹੋ ਸਕਦੀ। ਸੋ ਜੇ ਤੁਹਾਨੂੰ ਪਤਾ ਹੋਊਗਾ ਕਿ ਮੇਰੇ ਨੂੰ ਫੋਰ ਐਗਜ਼ਾਮਪਲ ਜਿੱਦਾਂ ਮੈਂ ਲੀਕਰ ਲੋਡ ਦੀ ਗੱਲ ਕੀਤੀ, ਜੇ ਤੁਹਾਨੂੰ ਪਤਾ ਹੋਊਗਾ ਕਿ ਮੈਂ ਆਹ ਪ੍ਰੋਡਕਟ ਅੱਜ ਨਹੀਂ ਚੁੱਕ ਰਿਹਾ ਤੇ ਮੈਂ 3 ਮਹੀਨਿਆਂ ਨੂੰ ਚੁੱਕਣਾ, ਤੇ ਤੁਸੀਂ ਉਹ 3 ਮਹੀਨਿਆਂ ਬਾਅਦ ਜਦੋਂ ਚੁੱਕਣਾ, ਜੇ ਤੁਹਾਨੂੰ ਪਤਾ ਹੋਵੇ ਮੈਂ ਕਵਰਡ ਨਹੀਂ ਹੈਗਾ, ਤੁਸੀਂ ਉਸੇ ਵੇਲੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਕਹੋ ਕਿ ਹੁਣ ਮੈਂ ਅੱਜ ਤੋਂ ਬਾਅਦ ਆਹ ਚੀਜ਼ ਚੁੱਕਣੀ ਸ਼ੁਰੂ ਕਰ ਦੇਣਾ ਜਾਂ ਪ੍ਰੋਡਕਟ ਚੁੱਕਣਾ ਸ਼ੁਰੂ ਕਰ ਦੇਣਾ, ਪਲੀਜ਼ ਮੇਰੀ ਕਵਰੇਜ ਕਰ ਦਿਓ, ਤੇ ਉਹ ਤੁਹਾਨੂੰ ਐਡ ਕਰ ਦੇਣਗੇ। ਇਟਸ ਫੋਨ ਕਾਲ ਹੋਵੇ, ਪਰ ਉਹ ਫੋਨ ਕਾਲ ਤੁਸੀਂ ਤਾਂ ਹੀ ਕਰ ਸਕਦੇ ਜੇ ਤੁਸੀਂ ਪਹਿਲਾਂ ਆਪਣਾ ਕੰਟਰੈਕਟ ਪੜ੍ਹਿਆ ਹੋਊਗਾ ਤੇ ਇਹਦੇ 'ਚ ਹੈ ਕੀ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਪੜ੍ਹੋ, ਸਮਝੋ, ਨਹੀਂ ਤੇ ਫਿਰ ਆਪਣੇ ਏਜੰਟ ਨੂੰ ਕਾਲ ਕਰੋ। ਤੇ ਮੈਂ ਤਾਂ ਅੱਗੇ ਵੀ ਕਿਹਾ ਕਿ ਤੁਸੀਂ ਸਾਨੂੰ ਕਾਲ ਕਰੋ, ਜੇ ਈਵਨ ਤੁਸੀਂ ਹੋਰ ਕਿਸੇ ਏਜੰਟ ਨਾਲ ਵੀ ਹੋ, ਤੁਸੀਂ ਸਮਝਣਾ ਚਾਹੁੰਦੇ ਹੋ, ਪਲੀਜ਼ ਕਾਲ ਅਸ ਐਟ 1-800-405-7421 ਤੇ ਅਸੀਂ ਤੁਹਾਡੇ ਨਾਲ ਬੈਠ ਕੇ ਤੁਹਾਨੂੰ ਪੂਰਾ ਸਮਝਾ ਸਕਦੇ ਹਾਂ। ਜੀ, ਇੱਕ ਵਾਰੀ ਫਿਰ ਤੋਂ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਇਸ ਇੰਟਰਵਿਊ ਨੂੰ ਦੇਖ ਵੀ ਸਕਦੇ ਹੋ ਫਲੀਟ ਲਾਈਨ ਇੰਸ਼ੋਰੈਂਸ ਸਰਵਿਸਿਜ਼ ਦੇ YouTube ਚੈਨਲ ਤੇ। ਇਸ ਤੋਂ ਇਲਾਵਾ ਅਸੀਂ ਰੇਡੀਓ ਮਿਰਚੀ 1310 AM ਤੇ ਰੇਡੀਓ ਪੰਜਾਬ ਤੇ ਬੇਕਰਸਫੀਲਡ, ਫ੍ਰੈਜ਼ਨੋ ਤੇ ਸਿਆਟਲ ਦੇ ਖੇਤਰਾਂ ਤੇ ਤਾਂ ਮੁਲਾਕਾਤ ਕਰਦੇ ਹੀ ਰਹਿੰਦੇ ਆ। ਇਸ ਦੇ ਨਾਲ ਤੁਸੀਂ ਫਲੀਟ ਲਾਈਨ ਇੰਸ਼ੋਰੈਂਸ ਸਰਵਿਸਿਜ਼ ਤੇ ਕਾਲ ਵੀ ਕਰ ਸਕਦੇ ਹੋ। ਨੰਬਰ ਹੋਏਗਾ ਜੀ 1800-405-7421 ਯਾਨੀ 1800-405-7421। ਸੋ ਇਸ ਤੋਂ ਬਾਅਦ ਕੈਵਿਨ ਜੀ ਹੁਣ ਗੱਲ ਕਰਦੇ ਹਾਂ, ਮੇਰਾ ਜੋ ਆਖਰੀ ਸਵਾਲ ਹੈ ਉਹ ਇਹ ਹੈ ਕਿ ਤੁਹਾਡੀ ਕੰਪਨੀ ਕਿਸ ਤਰ੍ਹਾਂ ਬਾਕੀ ਬ੍ਰੋਕਰਸ ਦੇ ਨਾਲੋਂ ਅਲੱਗ ਹੈ? ਹਾਂਜੀ ਬਿਲਕੁਲ, ਅਸੀਂ ਇੰਸ਼ੋਰੈਂਸ ਬ੍ਰੋਕਰਸ ਦਾ ਫੰਕਸ਼ਨ ਸਾਰਿਆਂ ਦਾ ਇੱਕੋ ਹੀ ਹੁੰਦਾ। ਇੰਸ਼ੋਰੈਂਸ ਬ੍ਰੋਕਰਸ ਆਰ ਮੈਂਟ ਟੂ ਪਰਚੇਜ਼ ਦ ਬੈਸਟ ਇੰਸ਼ੋਰੈਂਸ ਫॉर देयर ਕਲਾਇੰਟ। ਤੇ ਸਾਰਿਆਂ ਦਾ ਇੱਕੋ ਹੀ ਪਰਪਸ ਹੈ, ਪਰ ਫੰਕਸ਼ਨ ਕੰਮ ਕਰਨ ਦੇ ਤਰੀਕੇ 'ਚ ਡਿਫਰੈਂਸ ਆ। And that difference comes from your commitment, from your experience। ਪਹਿਲਾਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਟਰੱਕਿੰਗ ਇੰਡਸਟਰੀ 'ਚ ਆਉਣਾ ਵਾ, ਮੈਂ ਟਰੱਕਿੰਗ ਤੇ ਇਸ ਕਰਕੇ ਮੈਨੂੰ ਆਲਮੋਸਟ 25+ years ਦਾ ਟਰੱਕਿੰਗ ਦਾ ਐਕਸਪੀਰੀਅੰਸ ਹੈ। ਸੋ ਮੈਂ ਟਰੱਕਿੰਗ ਨੂੰ ਹਰ ਇੱਕ ਪੱਖ ਤੋਂ ਸਮਝਦਾ ਹਾਂ, ਸਰ ਮੇਰੀ ਟੀਮ ਜਿਹੜੀ ਉਹ ਸਮਝਦੀ ਹੈ। ਸੋ ਇਟਸ ਇੰਪੋਰਟੈਂਟ ਅਸੀਂ ਟਰੱਕਰ ਦੀਆਂ ਪ੍ਰੋਬਲਮਸ ਨੂੰ ਸਮਝਦੇ ਹਾਂ, ਅਸੀਂ ਉਹਦੇ ਬਿਜ਼ਨਸ ਨੂੰ ਸਮਝਦੇ ਹਾਂ। ਮੋਸਟਲੀ ਜਿਹੜੀਆਂ ਇੰਸ਼ੋਰੈਂਸ ਏਜੰਟਸ ਜਾਂ ਬ੍ਰੋਕਰਸ ਹੁੰਦੇ ਆ, ਉਹਨਾਂ ਨੂੰ ਪਰਸਨਲ ਐਕਸਪੀਰੀਅੰਸ ਨਹੀਂ ਹੁੰਦਾ ਟਰੱਕਿੰਗ ਇੰਡਸਟਰੀ ਦਾ। ਸੋ ਜੇ ਤੁਹਾਡੇ ਬ੍ਰੋਕਰ ਨੂੰ, ਜਿੱਦਾਂ ਸਾਡੇ ਕੇਸ 'ਚ, ਜੇ ਉਹਨੂੰ ਟਰੱਕਿੰਗ ਇੰਡਸਟਰੀ ਬਾਰੇ ਪਤਾ ਵਾ, ਉਹਦੀ ਪ੍ਰੋਬਲਮਸ ਬਾਰੇ ਪਤਾ ਵਾ, ਫਰੇਟ ਬਾਰੇ ਪਤਾ ਹੈ, ਲੋਡਸ ਬਾਰੇ ਪਤਾ ਵਾ, ਰੇਡੀਅਸ ਬਾਰੇ ਪਤਾ ਹੈ, ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਹੈਗਾ, ਤੇ ਉਹ ਤੁਹਾਨੂੰ ਜ਼ਿਆਦਾ ਵਧੀਆ ਸਰਵਿਸ ਦੇ ਸਕਦਾ। ਸੋ ਦੈਟਸ ਅ ਪਲੱਸ ਪੁਆਇੰਟ ਵਿਦ ਅਸ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਇੰਸ਼ੋਰੈਂਸ ਏਜੰਟ ਜਿਹੜਾ ਉਹ ਤੁਹਾਨੂੰ ਰਿਪਰੈਜ਼ੈਂਟ ਕਰੇ, ਉਹਦੇ ਤੁਹਾਡੇ ਲਈ ਮਿਹਨਤ ਕਰੇ,
ਮੋਸਟਲੀ ਕੀ ਹੁੰਦਾ ਹੈ ਕਿ ਇੰਸ਼ੋਰੈਂਸ ਏਜੰਟਸ ਮਿਹਨਤ ਨਹੀਂ ਕਰਦੇ ਇੰਨੀ, ਉਹਨਾਂ ਦਾ ਇੱਕ ਜਾਂ ਦੋ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਪੇਪਰ ਵਰਕ ਹੁੰਦਾ ਵਾ, ਉਹਨਾਂ ਲਈ ਵੀ ਈਜ਼ੀ ਹੁੰਦਾ। ਜਿਹੜਾ ਵੀ ਇੰਸ਼ੋਰੈਂਸ ਕਲਾਇੰਟ ਆਉਂਦਾ ਉਹਨੂੰ ਉਹਨਾਂ ਕੰਪਨੀਆਂ ਕੋਲ ਭੇਜ ਦਿੰਦੇ, ਜੋ ਵੀ ਉਹਨਾਂ ਤੋਂ ਰੇਟ ਆਉਂਦਾ ਉਹ ਆਪਣੇ ਕਲਾਇੰਟ ਨੂੰ ਦੱਸ ਦਿੰਦੇ ਆ ਤੇ ਕਵਰੇਜ ਇਹਦੇ ਨਾਲ ਉਹਨਾਂ ਦਾ ਟਾਈਮ ਵੀ, ਉਹਨਾਂ ਨੂੰ ਇੰਨਾ ਟਾਈਮ ਇਨਵੈਸਟ ਨਹੀਂ ਕਰਨਾ ਪੈਂਦਾ। ਤੇ ਕਲਾਇੰਟ ਜੇ ਪ੍ਰੋਪਰਲੀ ਸਰਚ ਨਹੀਂ ਕਰਦਾ ਮਾਰਕੀਟ ਦੇ ਵਿੱਚ ਵੀ ਮੈਨੂੰ ਹੋਰ ਕੀ ਆਪਸ਼ਨਸ ਹੈਗੀਆਂ ਨੇ, ਉਹ ਉਸੇ ਰੇਟ ਨੂੰ ਮੰਨ ਲੈਂਦਾ ਤੇ ਉਹਨਾਂ ਦਾ ਪਾਲਿਸੀ ਹੋ ਜਾਂਦੀ ਹੈ। ਪਰ ਅਸੀਂ ਕੀ ਕਰਦੇ ਹਾਂ, ਇੰਸ਼ੋਰੈਂਸ ਬ੍ਰੋਕਰ ਦਾ ਕੰਮ ਕੀ ਹੈ ਕਿ ਤੁਹਾਡੀ ਇਨਫੋਰਮੇਸ਼ਨ ਲੈ ਕੇ ਮਾਰਕੀਟ ਦੇ ਵਿੱਚ ਜਿੰਨੇ ਵੀ ਮੈਕਸਿਮਮ ਇੰਸ਼ੋਰੈਂਸ ਕੰਪਨੀਜ਼ ਉਹੋ ਜਿਹੀ ਕਵਰੇਜ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਨੂੰ ਅਸੀਂ ਅਪਰੋਚ ਕਰਦੇ ਹਾਂ, ਤੁਹਾਡੀ ਐਪਲੀਕੇਸ਼ਨ ਉਹਨਾਂ ਨੂੰ ਭੇਜਦੇ ਹਾਂ, ਉਹਨਾਂ ਤੋਂ ਰੇਟਸ ਲੈਂਦੇ ਹਾਂ, ਵੱਧ ਤੋਂ ਵੱਧ ਰੇਟ ਸਾਡੇ ਕੋਲ ਆਉਂਦੇ ਆ, ਫਿਰ ਅਸੀਂ ਉਹਦੇ ਵਿੱਚ ਇਵੈਲੂਏਟ ਕਰਦੇ ਹਾਂ ਕਿ ਕਿਹੜੀ ਪਾਲਿਸੀ ਤੁਹਾਡੇ ਲਈ ਚੰਗੀ, ਕਿਉਂਕਿ ਜ਼ਰੂਰੀ ਨਹੀਂ ਕਿ ਲੋਐਸਟ ਰੇਟ ਵਾਲੀ ਪਾਲਿਸੀ ਚੰਗੀ ਹੋਵੇ। ਇੰਸ਼ੋਰੈਂਸ ਕੰਪਨੀਆਂ ਦੀ ਵੀ ਆਪਣੀ ਇੱਕ ਰੇਟਿੰਗ ਹੁੰਦੀ ਹੈ, ਜਿੱਦਾਂ ਕਈ ਕੰਪਨੀਆਂ ਜਿਹੜੀਆਂ B+ ਰੇਟਿੰਗ ਹੈ, B+ ਰੇਟਿੰਗ ਹੈ, A ਰੇਟਡ ਹੈ ਕੰਪਨੀਜ਼, A+ ਰੇਟਡ ਕੰਪਨੀਜ਼ ਆ, ਉਹਨਾਂ ਦੇ ਕੰਪਨੀ ਦੀ ਰੈਪੂਟੇਸ਼ਨ, ਉਹਨਾਂ ਦੇ ਐਕਸਪੀਰੀਅੰਸ, ਉਹ ਕਲੇਮ ਕਿਸ ਤਰ੍ਹਾਂ ਪੇ ਕਰਦੇ ਆ, ਉਹ ਕਿਹੋ ਜਿਹੀ ਸਰਵਿਸ, ਇਹਦੇ ਬੇਸ ਤੇ ਉਹਨਾਂ ਦੀ ਰੇਟਿੰਗ ਹੁੰਦੀ ਹੈ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਹਰ ਇੱਕ ਕਲਾਇੰਟ ਨੂੰ ਘੱਟੋ ਘੱਟ A+ ਰੇਟਡ ਕੰਪਨੀ ਤੋਂ ਇੰਸ਼ੋਰੈਂਸ ਲੈ ਕੇ ਦਈਏ ਤੇ ਵਧੀਆ ਰੇਟਸ ਤੇ ਲੈ ਕੇ ਦਈਏ। ਸੋ ਇਹਦੇ 'ਚ ਬੇਸਿਕਲੀ ਡਿਫਰੈਂਸ ਬ੍ਰੋਕਰੇਜਸ ਦੇ ਵਿੱਚ ਇਹੋ ਜਿਹਾ ਕਿ ਐਕਸਪੀਰੀਅੰਸ ਦਾ, ਐਜੂਕੇਸ਼ਨ ਦਾ, ਮਿਹਨਤ ਦਾ, ਕਿ ਤੁਸੀਂ ਆਪਣੇ ਕਲਾਇੰਟ ਲਈ ਕਿੰਨੀ ਮਿਹਨਤ ਕਰਦੇ ਹੋ। ਸਾਡੇ ਕੋਲ ਅਸੀਂ ਬਹੁਤ ਜ਼ਿਆਦਾ ਐਫਰਟ ਇਸ ਗੱਲ ਤੇ ਕਰਦੇ ਹਾਂ ਕਿ ਸਾਡਾ ਕਲਾਇੰਟ ਐਜੂਕੇਟਡ ਹੋਵੇ, ਜਿਹੜੀਆਂ ਇੰਸ਼ੋਰੈਂਸ ਇੰਪਾਰਸ਼ੀਅਲ ਅਸੀਂ ਉਹਨੂੰ ਬਿਲਕੁਲ ਕਲੀਅਰਲੀ ਦੱਸਦੇ ਹਾਂ ਕਿ ਕਿਹੜੀ ਕਿਹੜੀ ਕਵਰੇਜ ਹੈਗੀ ਹੈ, ਕਿਹੜੀ ਨਹੀਂ ਹੈਗੀ, ਤਾਂ ਕਿ ਉਹ ਨੌਲੇਜੇਬਲ ਰਹੇ ਆਪਣੀ ਪਾਲਿਸੀ ਬਾਰੇ। ਅਸੀਂ ਪ੍ਰੋਪਰਲੀ ਕੰਪੀਟੀਸ਼ਨ ਦੇ ਵਿੱਚ, ਮਾਰਕੀਟ ਪਲੇਸ ਦੇ ਵਿੱਚ ਟਰਾਈ ਕਰਕੇ ਬੈਸਟ ਰੇਟਡ ਤੇ ਬੈਸਟ ਪ੍ਰਾਈਸ ਉਹਨੂੰ ਲੈ ਕੇ ਦਿੰਦੇ ਹਾਂ ਜੀ। ਸੋ ਇਸ ਦੇ ਨਾਲ ਹੀ ਆਪਣੀ ਮੁਲਾਕਾਤ ਦਾ ਸਮਾਂ ਇੱਥੇ ਜ਼ਰੂਰ ਖਤਮ ਹੋ ਰਿਹਾ, ਪਰ ਫਿਰ ਤੋਂ ਇੱਕ ਹੋਰ ਮੁਲਾਕਾਤ ਦੇ ਵਿੱਚ ਜ਼ਰੂਰ ਕੈਵਿਨ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਸਾਡੇ ਕਲਾਇੰਟਸ ਦੇ ਜਿੰਨੇ ਵੀ ਸਵਾਲ ਹੋਣਗੇ, ਜਿੱਦਾਂ ਤੁਸੀਂ ਉਹਨਾਂ ਨੂੰ ਹੱਲ ਕਰਦੇ ਰਹਿੰਦੇ ਹੋ, ਤਾਂ ਉਸੇ ਤਰ੍ਹਾਂ ਸਾਡੇ ਸਰੋਤਿਆਂ ਦੇ ਵੀ ਹੋਰ ਜਿੰਨੇ ਵੀ ਕੁਐਰੀਜ਼ ਹੋਣਗੀਆਂ ਉਹਨਾਂ ਦੇ ਬਾਰੇ ਅਸੀਂ ਅਗਲੀ ਮੁਲਾਕਾਤ ਦੇ ਵਿੱਚ ਜ਼ਰੂਰ ਗੱਲਾਂ ਕਰਾਂਗੇ। ਸੋ ਹੁਣ ਇਜਾਜ਼ਤ ਦਿਓ ਜੀ, ਆਪਾਂ ਇਸ ਪ੍ਰੋਗਰਾਮ ਨੂੰ, ਇਸ ਮੁਲਾਕਾਤ ਨੂੰ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਫਲੀਟ ਲਾਈਨ ਇੰਸ਼ੋਰੈਂਸ ਸਰਵਿਸਿਜ਼ ਤੋਂ ਜੁੜ ਕੇ ਗੱਲ ਕਰ ਰਹੇ ਸੀ ਤੇ ਸਾਡੇ ਸਰੋਤਿਆਂ ਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ।